ਨਮਸਕਾਰ, ਸਾਡੇ ਇਸ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਹਰਿਆਣਾ ਇਲਾਕੇ ਵਿੱਚ। ਜੀ ਹਾਂ, ਹਰਿਆਣਾ ਦੇ ਇਲਾਕਿਆਂ ਵਿੱਚ ਇਸ ਵੇਲੇ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਤੇ ਅਸੀਂ ਜਾਣਦੇ ਹਾਂ ਕਿ ਹਰਿਆਣਾ ਤੇ ਪੰਜਾਬ ਦੇ ਅੰਦਰ ਝੋਨੇ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ। ਪਰ ਇੱਕ ਸਭ ਤੋਂ ਵੱਡੀ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਦਿੱਲੀ ਅਤੇ NCR ਦੇ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ। ਜਦ ਹਰਿਆਣਾ ਅਤੇ ਪੰਜਾਬ ਦੇ ਖੇਤਾਂ ਵਿੱਚ ਵਾਢੀ ਹੁੰਦੀ ਹੈ ਅਤੇ ਉਸ ਦੇ ਬਾਅਦ ਜੋ ਪਰਾਲੀ ਬਚਦੀ ਹੈ, ਤੁਸੀਂ ਇੱਥੇ ਵੇਖੋਗੇ ਤਾਂ ਕਣਕ ਦੇ ਥੱਲੇ ਜੋ ਪਰਾਲੀ ਬਚੀ ਹੋਈ ਹੈ ਜਾਂ ਫਿਰ ਝੋਨੇ ਦੀ ਫਸਲ ਜੋ ਹੁੰਦੀ ਹੈ ਉਸ ਦੇ ਹੇਠਾਂ ਜੋ ਪਰਾਲੀ ਬਚੀ ਹੁੰਦੀ ਹੈ ਉਸ ਨੂੰ ਸਾੜ ਦਿੱਤਾ ਜਾਂਦਾ ਹੈ ਅਤੇ ਇਹੀ ਸਭ ਤੋਂ ਵੱਡੀ ਸਮੱਸਿਆ ਹੈ। ਜਦੋਂ ਇਹ ਪਰਾਲੀ ਸਾੜੀ ਜਾਂਦੀ ਹੈ ਤਾਂ ਚਾਰੇ ਪਾਸੇ ਇੱਕ ਧੂੰਆਂ ਬਣਦਾ ਹੈ, ਪ੍ਰਦੂਸ਼ਣ ਬਣਦਾ ਹੈ, ਜਿਸ ਦੇ ਨਾਲ ਪੂਰੇ ਦਿੱਲੀ ਅਤੇ NCR ਦੇ ਇਲਾਕੇ ਵਿੱਚ ਇੱਕ ਧੁੰਦ ਛਾ ਜਾਂਦੀ ਹੈ ਅਤੇ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕਈ ਸਾਲਾਂ ਤੋਂ ਇਹ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਪਰ ਇਸ ਸਮੱਸਿਆ ਦਾ ਹੱਲ ਪੂਸਾ ਨੇ ਕੱਢਿਆ ਹੈ। ਜੀ ਹਾਂ, ਪੂਸਾ ਨੇ ਬਾਇਓ ਡੀਕੰਪੋਜ਼ਰ ਕੱਢਿਆ ਹੈ। ਉਸ ਡੀਕੰਪੋਜ਼ਰ ਦੀ ਵਰਤੋਂ ਕਰਦੇ ਹੋਏ ਹੁਣ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਹੈ। ਇਹ ਇੱਕ ਸਪਰੇਅ ਮਸ਼ੀਨ ਹੈ। ਇਸ ਦੇ ਰਾਹੀਂ ਜੋ ਪਰਾਲੀ ਹੁੰਦੀ ਹੈ ਉਸ ਉੱਤੇ ਬਾਇਓ ਡੀਕੰਪੋਜ਼ਰ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਵਿੱਚ ਤੁਸੀਂ ਵੇਖ ਸਕਦੇ ਹੋ ਇਹ ਜੋ ਨੋਜ਼ਲ ਬਣੇ ਹੋਏ ਨੇ ਇਕੱਠੇ, ਇਹ ਜੇਕਰ ਆਪਾਂ ਦੇਖੀਏ ਤਾਂ ਲਗਭਗ 4 ਤੋਂ 5 ਫੁੱਟ ਦੇ ਇਲਾਕੇ ਵਿੱਚ ਸਪਰੇਅ ਕਰਦੇ ਹੋਏ ਇਹ ਮਸ਼ੀਨ ਅੱਗੇ ਵੱਧਦੀ ਹੈ। ਅਤੇ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਪਹਿਲਾਂ ਜੇਕਰ ਕਿਸਾਨ ਨੇ ਸਪਰੇਅ ਕਰਨਾ ਹੁੰਦਾ ਸੀ ਤਾਂ ਉਹ ਪਿੱਠ ਉੱਤੇ ਬੈਕਪੈਕ ਲਗਾ ਕੇ ਸਪਰੇਅ ਕਰਦਾ ਸੀ, ਜਿਸ ਵਿੱਚ ਸਮਾਂ ਜ਼ਿਆਦਾ ਲੱਗਦਾ ਸੀ ਤੇ ਉਹ ਸੰਭਵ ਵੀ ਨਹੀਂ ਸੀ ਜੇਕਰ ਉਸ ਦੀ ਵੱਡੀ ਖੇਤੀ ਹੁੰਦੀ ਸੀ। ਪਰ ਇਹਨਾਂ ਮਸ਼ੀਨਾਂ ਦੇ ਨਾਲ ਜੋ ਕੰਪਨੀ ਹੈ ਬਿਲਕੁਲ ਕਿਸਾਨਾਂ ਨੂੰ ਮੁਫਤ ਵਿੱਚ ਦੇ ਰਹੀ ਹੈ। ਇਸ ਦਾ ਕੋਈ ਚਾਰਜ, ਕਿਸੇ ਵੀ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਇਸੇ ਮਸ਼ੀਨ ਦੇ ਕਾਰਨ, ਇਸੇ ਮਸ਼ੀਨ ਦੇ ਮਾਧਿਅਮ ਨਾਲ ਜੋ ਪੂਸਾ ਦਾ ਬਾਇਓ ਡੀਕੰਪੋਜ਼ਰ ਉਸ ਦਾ ਛਿੜਕਾਅ ਪਰਾਲੀ ਉੱਤੇ ਕੀਤਾ ਜਾਂਦਾ ਹੈ, ਜਿਸ ਦੇ ਬਾਅਦ ਉਸ ਨੂੰ ਸਾੜਨ ਦੀ ਜ਼ਰੂਰਤ ਨਹੀਂ ਪੈਂਦੀ। ਪਿਛਲੇ 5 ਸਾਲਾਂ ਦੀ ਖੋਜ ਦੇ ਬਾਅਦ ਜ਼ਮੀਨ 'ਚੋਂ 7 ਵੱਖੋ-ਵੱਖ ਤਰ੍ਹਾਂ ਦੀ ਉੱਲੀ ਨੂੰ ਕੱਢ ਕੇ ਜਿਨ੍ਹਾਂ ਦੇ ਅੰਦਰ ਪਰਾਲੀ ਨੂੰ ਗਲਾ ਕੇ ਖਤਮ ਕਰਨ ਦੀ ਸਮਰੱਥਾ ਹੈ, ਉਹਨਾਂ ਦਾ ਇੱਕ ਘੋਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਅਸੀਂ ਪੂਸਾ ਡੀਕੰਪੋਜ਼ਰ ਦੇ ਨਾਂ ਨਾਲ ਜਾਣਦੇ ਹਾਂ। ਜਦ ਝੋਨੇ ਦੀ ਵਾਢੀ ਕੰਬਾਈਨ ਦੇ ਨਾਲ ਕੀਤੀ ਜਾਂਦੀ ਏ ਅਤੇ ਵਾਢੀ ਦੇ ਤੁਰੰਤ ਬਾਅਦ ਅਸੀਂ ਡੀਕੰਪੋਜ਼ਰ ਦਾ ਛਿੜਕਾਅ ਜੋ ਘੋਲ ਦੇ ਰੂਪ ਵਿੱਚ ਆਉਂਦਾ ਹੈ ਉਸ ਦਾ ਛਿੜਕਾਅ ਕਰਦੇ ਹਾਂ ਅਤੇ ਕਰਨ ਤੋਂ ਬਾਅਦ ਉਸ ਨੂੰ ਰੋਟਾਵੇਟਰ ਨਾਲ ਜ਼ਮੀਨ ਵਿੱਚ ਮਿਲਾ ਕੇ ਸਿੰਚਾਈ ਕਰ ਦਿੰਦੇ ਹਾਂ ਤਾਂ ਇਸ ਤੋਂ ਕੋਈ 25 ਦਿਨਾਂ ਦੇ ਅੰਦਰ ਪਰਾਲੀ ਪੂਰੀ ਤਰ੍ਹਾਂ ਗਲ ਜਾਂਦੀ ਏ ਅਤੇ ਫਿਰ ਖੇਤ ਕਣਕ ਦੀ ਬਿਜਾਈ ਦੇ ਲਈ ਤਿਆਰ ਹੋ ਜਾਂਦਾ ਹੈ। ਆਓ ਆਪਾਂ ਪੁੱਛਦੇ ਹਾਂ ਜੋ ਇਸ ਕੰਪਨੀ ਦੇ ਆਪਰੇਟਰ ਹਨ, ਜੋ ਇਸ ਨੂੰ ਚਲਾਉਂਦੇ ਹਨ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਕੰਮ ਕਿਵੇਂ ਕਰਦੇ ਨੇ। ਜਿਵੇਂ ਹੀ ਫਾਰਮਰ ਬੁਕਿੰਗ ਬਣਾਉਂਦਾ ਹੈ ਤਾਂ ਉਹ ਬੁਕਿੰਗ ਸਾਡੇ ਕੋਲ ਮਸ਼ੀਨ 'ਤੇ ਸ਼ੋਅ ਕਰਨ ਲੱਗ ਜਾਂਦੀ ਹੈ। ਜਿਵੇਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਉੱਤੇ ਜਦੋਂ ਅਸੀਂ ਨੰਬਰ ਪਾਉਂਦੇ ਹਾਂ ਤਾਂ ਕਿਸਾਨ ਦਾ ਸਾਡੇ ਕੋਲ ਆਪਰੇਟਰ ਅਸਾਈਨ ਦਾ ਆਪਸ਼ਨ ਆ ਜਾਂਦਾ ਹੈ। ਇਸ ਨੂੰ ਜਿਵੇਂ ਹੀ ਅਸੀਂ ਅਸਾਈਨ ਕਰਦੇ ਹਾਂ ਤਾਂ ਇੱਥੇ ਮਸ਼ੀਨ ਦਾ ਨੰਬਰ ਅਤੇ ਆਪਰੇਟਰ ਦਾ ਨਾਂ ਤੇ ਮੋਬਾਈਲ ਨੰਬਰ ਵੀ ਆ ਜਾਂਦਾ ਹੈ। ਅੱਛਾ ਠੀਕ ਹੈ, ਉਸ ਤੋਂ ਬਾਅਦ ਫਿਰ ਕੀ ਕਰਦੇ ਨੇ? ਉਸ ਤੋਂ ਬਾਅਦ ਜਿਵੇਂ ਹੀ ਕਿਸਾਨ ਦੀ ਬੁਕਿੰਗ ਬਣਾਈ ਜਾਂਦੀ ਹੈ ਨਾ, ਉਹ ਬੁਕਿੰਗ ਸਾਡੀ ਐਪ ਦੇ ਵਿੱਚ ਦਿਸਣ ਲੱਗ ਜਾਂਦੀ ਹੈ। ਇਹ ਤੁਸੀਂ ਵੇਖ ਸਕਦੇ ਹੋ, ਇਹ ਜੋ ਮਸ਼ੀਨ ਹੈ ਇਸ ਦੇ ਜੋ ਨੋਜ਼ਲ ਹਨ ਇਹਨਾਂ ਦੀ ਲੰਬਾਈ ਅਤੇ ਚੌੜਾਈ ਦੇ ਹਿਸਾਬ ਨਾਲ ਇਹ ਮਸ਼ੀਨ ਇੰਨੇ ਇਲਾਕੇ ਵਿੱਚ ਬਾਇਓ ਡੀਕੰਪੋਜ਼ਰ ਦਾ ਛਿੜਕਾਅ ਕਰਦੀ ਹੈ। ਇਹਨਾਂ ਵਿੱਚੋਂ ਸਪਰੇਅ ਨਿਕਲਦਾ ਹੈ ਜੋ ਬਾਇਓ ਡੀਕੰਪੋਜ਼ਰ ਹੈ, ਜੋ ਪੂਸਾ ਨੇ ਵਿਕਸਿਤ ਕੀਤਾ ਹੈ। ਇਹ ਜੋ ਛਿੜਕਾਅ ਹੈ ਉਹ ਪਰਾਲੀ ਦੇ ਉੱਪਰ ਕੀਤਾ ਜਾਂਦਾ ਹੈ ਅਤੇ ਇਸ ਤੋਂ ਕੁਝ ਹੀ ਦਿਨਾਂ ਬਾਅਦ ਪਰਾਲੀ ਜੋ ਹੈ ਉਹ ਮਿੱਟੀ ਵਿੱਚ ਮਿਲ ਜਾਂਦੀ ਹੈ। ਜੋ ਰਹਿੰਦ ਖੂੰਹਦ ਹੈ ਉਹ ਮਿੱਟੀ ਵਿੱਚ ਮਿਲ ਜਾਂਦੀ ਹੈ ਅਤੇ ਉਸ ਨੂੰ ਸਾੜਨ ਦੀ ਜ਼ਰੂਰਤ ਨਹੀਂ ਪੈਂਦੀ। ਇਹੀ ਉਹ ਟੈਕਨੋਲੋਜੀ ਹੈ, ਇਹੀ ਉਹ ਮਸ਼ੀਨ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਪਰਾਲੀ ਨੂੰ ਸਾੜਨ ਦੀ ਜ਼ਰੂਰਤ ਨਹੀਂ ਪਏਗੀ ਅਤੇ ਦਿੱਲੀ NCR ਦੇ ਕਰੋੜਾਂ ਲੋਕਾਂ ਨੂੰ ਜੋ ਪ੍ਰਦੂਸ਼ਣ ਉਸ ਵੇਲੇ ਝੱਲਣਾ ਪੈਂਦਾ ਹੈ ਉਹ ਪ੍ਰਦੂਸ਼ਣ ਝੱਲਣਾ ਨਹੀਂ ਪਏਗਾ ਅਤੇ ਇੱਕ ਮੁਕਤੀ ਮਿਲੇਗੀ ਪਰਾਲੀ ਨੂੰ ਸਾੜਨ ਤੋਂ ਵੀ ਅਤੇ ਪ੍ਰਦੂਸ਼ਣ ਤੋਂ ਵੀ। ਤਾਂ ਕੁੱਲ ਮਿਲਾ ਕੇ ਹਰਿਆਣਾ ਅਤੇ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਇੱਕ ਨਹੀਂ ਸਗੋਂ ਕਈ ਮਸ਼ੀਨਾਂ ਕੰਮ ਕਰ ਰਹੀਆਂ ਨੇ। ਇੱਥੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਦੀਵਾਲੀ ਦੇ ਨੇੜੇ ਦਾ ਸਮਾਂ ਹੁੰਦਾ ਹੈ ਅਤੇ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੁੰਦੀ ਹੈ, ਉਸ ਸਮੇਂ
ਦਿੱਲੀ NCR ਦੇ ਅੰਦਰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ, ਉਹ ਨਹੀਂ ਹੋਵੇਗੀ। ਤਾਂ ਚਲੋ ਆਪਾਂ ਖੇਤਾਂ ਵਿੱਚ ਵੀ ਜਾਵਾਂਗੇ ਅਤੇ ਦੇਖਾਂਗੇ ਕਿਸ ਤਰ੍ਹਾਂ ਇਹ ਕੰਪਨੀ ਕੰਮ ਕਰਦੀ ਹੈ, ਕਿਵੇਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਵੇਲੇ ਅਸੀਂ ਹਰਿਆਣਾ ਦੇ ਇੱਕ ਪਿੰਡ ਵਿੱਚ ਪਹੁੰਚੇ ਹਾਂ ਅਤੇ ਇੱਥੇ ਸਾਡੇ ਨਾਲ ਕੁਝ ਕਿਸਾਨ ਹਨ ਅਤੇ ਅੱਜ ਅਸੀਂ ਇਹਨਾਂ ਨਾਲ ਇਸੇ ਬਾਰੇ ਗੱਲਬਾਤ ਕਰਾਂਗੇ ਜੋ ਕਿ ਪਰਾਲੀ ਇੱਕ ਬਹੁਤ ਵੱਡੀ ਸਮੱਸਿਆ ਰਹਿੰਦੀ ਸੀ। ਹਾਲਾਂਕਿ ਕਿਸਾਨਾਂ ਦੀ ਉਹ ਮਜਬੂਰੀ ਸੀ ਕਿਉਂਕਿ ਇਹਨਾਂ ਦੇ ਕੋਲ ਕੋਈ ਬਦਲ ਨਹੀਂ ਸੀ ਪਰਾਲੀ ਨੂੰ ਸਾੜਨ ਦੇ ਬਿਨਾਂ। ਪਰ ਜਦੋਂ ਤੋਂ ਇਸ ਕੰਪਨੀ ਨੇ ਇਸ ਬਾਇਓ ਡੀਕੰਪੋਜ਼ਰ ਉਪਯੋਗ ਕੀਤਾ ਜੋ ਪੂਸਾ ਨੇ ਬਣਾਇਆ ਹੈ, ਉਸ ਤੋਂ ਬਾਅਦ ਹੁਣ ਇੱਥੋਂ ਦੇ ਕਿਸਾਨ ਪਰਾਲੀ ਨੂੰ ਸਾੜਦੇ ਨਹੀਂ ਹਨ, ਸਗੋਂ ਬਾਇਓ ਡੀਕੰਪੋਜ਼ਰ ਨਾਲ ਕਿਸ ਤਰ੍ਹਾਂ ਦਾ ਇਹ ਲੋਕ ਫਾਇਦਾ ਲੈ ਰਹੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਚੀਮਾ ਸਾਹਿਬ ਨੇ। ਪਹਿਲਾਂ ਇਹ ਬਹੁਤ ਵੱਡੀ ਸਮੱਸਿਆ ਸੀ ਜਦੋਂ ਪਰਾਲੀ ਦਾ ਹੱਲ ਕਰਨ ਦੇ ਲਈ ਕੋਈ ਸਾਧਨ ਨਹੀਂ ਸੀ, ਪਰ ਅੱਜ ਦੀ ਤਰੀਕ ਵਿੱਚ ਵੇਖਿਆ ਜਾਵੇ ਤਾਂ ਅੱਜ ਦੀ ਤਰੀਕ ਵਿੱਚ ਪਰਾਲੀ ਕੋਈ ਸਰਾਪ ਨਹੀਂ ਹੈ, ਸਗੋਂ ਇੱਕ ਵਰਦਾਨ ਹੈ। ਇਸ ਨਾਲ ਸਾਨੂੰ ਖਾਦ ਬਣਾਉਣ ਵਿੱਚ ਥੋੜ੍ਹਾ ਸਹਿਯੋਗ ਮਿਲਿਆ ਹੈ। ਪਰਾਲੀ ਮਿੱਟੀ ਵਿੱਚ ਮਿਲ ਗਈ ਅਤੇ ਖੇਤਾਂ ਵਿੱਚ ਮਿਲ ਕੇ ਇਸ ਦਾ ਖਾਦ ਵਾਂਗ ਫਾਇਦਾ ਮਿਲਿਆ ਤਾਂ ਕਿ ਖੇਤ ਉਪਜਾਊ ਬਣ ਸਕੇ। ਪਹਿਲਾਂ ਜਦ ਸਾੜਦੇ ਸੀ ਪਰਾਲੀ ਨੂੰ ਤਾਂ ਇਸ ਨਾਲ ਸਾਡੇ ਜੋ ਜੀਵਾਣੂ ਆ ਉਹ ਮਰ ਜਾਂਦੇ ਸੀ, ਨਸ਼ਟ ਹੋ ਜਾਂਦੇ ਸੀ ਅਤੇ ਖੇਤ 'ਤੇ ਅਸਰ ਪੈਂਦਾ ਸੀ। ਇਹ ਪਹਿਲੀ ਅਜਿਹੀ ਕੰਪਨੀ ਹੈ ਜਿਸ ਨੇ ਫਾਰਮਰ ਦੇ ਹੱਕ ਦੇ ਲਈ ਕਦਮ ਅੱਗੇ ਵਧਾਇਆ ਅਤੇ ਇਹ ਸਹੂਲਤ ਦਿੱਤੀ ਕਿ ਪਰਾਲੀ ਦਾ ਵੀ ਹੱਲ ਹੋਵੇ ਅਤੇ ਕਿਸਾਨ ਦਾ ਸਮਾਂ ਵੀ ਬਚੇ ਤੇ ਉਸ ਦਾ ਕੋਈ ਪੈਸਾ ਵੀ ਨਾ ਲੱਗੇ। ਜਦੋਂ ਤੋਂ ਪੂਸਾ ਦਾ ਬਾਇਓ ਡੀਕੰਪੋਜ਼ਰ ਆਇਆ ਹੈ, ਉਦੋਂ ਤੋਂ ਪੂਰੇ ਇਸ ਇਲਾਕੇ ਦੇ ਅੰਦਰ ਹੁਣ ਪਰਾਲੀ ਨੂੰ ਸਾੜਿਆ ਨਹੀਂ ਜਾਂਦਾ। ਮੇਰੇ ਨਾਲ ਇਸ ਵੇਲੇ ਇੱਕ ਅਗਾਂਹ-ਵਧੂ ਕਿਸਾਨ ਹਨ, ਸਤਿੰਦਰ ਸ਼ਰਮਾ ਜੀ। ਮੈਂ ਜੋ ਇਸ ਪੂਰੇ ਇਲਾਕੇ ਵਿੱਚ ਵੇਖ ਰਿਹਾ ਹਾਂ, ਇੱਥੇ ਜ਼ਿਆਦਾਤਰ ਚੌਲ, ਝੋਨੇ ਅਤੇ ਕਣਕ ਦੀ ਖੇਤੀ ਹੁੰਦੀ ਹੈ ਅਤੇ ਇਹੀ ਉਹ ਇਲਾਕੇ ਹਨ ਜਿੱਥੇ ਸਭ ਤੋਂ ਵੱਧ ਪਰਾਲੀ ਸਾੜੀ ਜਾਂਦੀ ਸੀ। ਅੱਜ ਦੀ ਜੇਕਰ ਮੈਂ ਸਥਿਤੀ ਦੀ ਗੱਲ ਕਰਾਂ ਤਾਂ ਕੀ ਤੁਸੀਂ ਪਰਾਲੀ ਨੂੰ ਸਾੜਨਾ ਛੱਡ ਦਿੱਤਾ ਅਤੇ ਛੱਡ ਦਿੱਤਾ ਤਾਂ ਕਿਉਂ ਛੱਡਿਆ? ਛੱਡ ਦਿੱਤਾ ਜੀ। ਪਹਿਲਾਂ ਇਸ ਨੂੰ ਸਾੜਦੇ ਸੀ ਲੋਕ, ਪਰ ਹੁਣ ਜਦੋਂ ਤੋਂ ਪੂਸਾ ਡੀਕੰਪੋਜ਼ਰ ਆ ਗਿਆ ਤਾਂ ਪੂਸਾ ਡੀਕੰਪੋਜ਼ਰ ਇਸ ਵਾਰ ਜਦੋਂ ਕੀਤਾ ਤਾਂ ਇਸ ਦੇ ਨਤੀਜੇ ਬਹੁਤ ਚੰਗੇ ਆਏ ਹਨ, ਤਾਂ ਪਰਾਲੀ ਨੂੰ ਸਾੜਨਾ ਬੰਦ ਕਰ ਦਿੱਤਾ। ਕੀ ਨਤੀਜੇ ਆਏ, ਥੋੜ੍ਹਾ ਵਿਸਥਾਰ ਨਾਲ ਦੱਸੋਗੇ? ਨਤੀਜੇ ਇਹ ਰਹੇ ਕਿ ਪਹਿਲਾਂ ਜਦੋਂ ਅਸੀਂ ਸਾੜਦੇ ਸੀ ਤਾਂ ਇਸ ਦੇ ਸਾਨੂੰ ਭਾਰੀ ਨੁਕਸਾਨ ਸਨ। ਇੱਕ ਤਾਂ ਮਿੱਟੀ ਦੀ ਗੁਣਵੱਤਾ ਖਤਮ ਹੋ ਜਾਂਦੀ ਸੀ ਅਤੇ ਜੋ ਇਸ ਵਿੱਚ ਤੱਤ ਹੁੰਦੇ ਨੇ ਉਹ ਨਸ਼ਟ ਹੋ ਜਾਂਦੇ ਸੀ। ਦੂਜਾ, ਜਦੋਂ ਅੱਗ ਲਾਉਂਦੇ ਸੀ ਤਾਂ ਹਾਦਸੇ ਬਹੁਤ ਹੁੰਦੇ ਸੀ ਅਤੇ ਜਿਵੇਂ ਰੁੱਖ ਖੜ੍ਹਾ ਹੈ ਇਹ ਵੀ ਨਸ਼ਟ ਹੋ ਜਾਂਦੇ ਸੀ। ਰੁੱਖਾਂ ਉੱਤੇ ਜੋ ਆਲ੍ਹਣੇ ਹੁੰਦੇ ਸੀ ਜਾਂ ਜੀਅ ਹੁੰਦੇ ਸੀ ਉਹ ਵੀ ਸਾਰੇ ਖਤਮ ਹੋ ਜਾਂਦੇ ਸੀ। ਕੁਝ ਅਜਿਹੇ ਜੀਵ ਵੀ ਸਾਡੇ ਖਤਮ ਹੋ ਗਏ ਜੋ ਅੱਜ ਆਪਾਂ ਨੂੰ ਨਜ਼ਰ ਹੀ ਨਹੀਂ ਆਉਂਦੇ। ਕਾਰਨ ਸਿਰਫ ਇਹ ਸੀ ਕਿ ਜਿਵੇਂ ਹੀ ਅਸੀਂ ਅੱਗ ਲਾਈ ਉਹ ਵੀ ਖਤਮ ਹੋ ਜਾਂਦੇ ਸੀ, ਉਹਨਾਂ ਦੇ ਆਂਡੇ ਤੱਕ ਖਤਮ ਹੋ ਜਾਂਦੇ ਸੀ। ਅਤੇ ਇਸ ਦਾ ਜੋ ਫਾਇਦਾ ਹੋਇਆ ਏ, ਜਿੰਨਾ ਉੱਪਰੋਂ ਅਨਾਜ ਆਉਂਦਾ ਹੈ ਓਨਾ ਹੀ ਇਸ ਦੇ ਹੇਠਾਂ ਉਸ ਦੀ ਜੋ ਰਹਿੰਦ ਖੂੰਹਦ ਹੈ ਉਹ ਜੇਕਰ ਮਿੱਟੀ ਦੇ ਵਿੱਚ ਅਸੀਂ ਮਿਲਾ ਦਿੱਤਾ ਤਾਂ ਕੰਪੋਸਟ ਖਾਦ ਦਾ ਕੰਮ ਕਰੇਗੀ ਅਤੇ ਉਸ ਦੇ ਜੋ ਨਤੀਜੇ ਤੁਹਾਡੇ ਸਾਹਮਣੇ ਨੇ। ਇਸ ਦੇ ਵਿੱਚ ਜਿੰਨੇ ਵੀ ਖੇਤ ਨੇ ਸਭ ਵਿੱਚ ਪੂਸਾ ਡੀਕੰਪੋਜ਼ਰ ਵਰਤਿਆ ਅਤੇ ਉਸ ਦੇ ਨਤੀਜੇ ਆਏ ਨੇ ਅਤੇ ਸਾਡੀ ਫਸਲ ਵੀ ਵਧੀਆ ਹੋਈ ਏ, ਬਹੁਤ ਵਧੀਆ ਹੋਈ ਏ। ਕੁੱਲ ਮਿਲਾ ਕੇ ਹਰਿਆਣਾ ਅਤੇ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਅੰਦਰ ਪਰਾਲੀ ਨੂੰ ਸਾੜਨ ਦੀ ਜੋ ਸਮੱਸਿਆ ਸੀ ਉਹ ਹੌਲੀ-ਹੌਲੀ ਹੁਣ ਘੱਟ ਹੁੰਦੀ ਨਜ਼ਰ ਆ ਰਹੀ ਹੈ ਅਤੇ DD ਨਿਊਜ਼ ਦੇ ਮਾਧਿਅਮ ਨਾਲ ਅਸੀਂ ਲਗਾਤਾਰ ਇਹਨਾਂ ਪਿੰਡਾਂ ਵਿੱਚ ਘੁੰਮ ਕੇ ਇਹੀ ਦੱਸਣਾ ਚਾਹ ਰਹੇ ਹਾਂ, ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਇੱਕ ਬੀੜਾ ਕਿਸਾਨਾਂ ਨੇ, ਪੂਸਾ ਨੇ, ਵਿਗਿਆਨੀਆਂ ਨੇ ਅਤੇ nurture.farm ਕੰਪਨੀ ਨੇ ਚੁੱਕਿਆ ਹੈ, ਆਉਣ ਵਾਲੇ ਸਮੇਂ ਵਿੱਚ ਪਰਾਲੀ ਵਰਗੀ ਸਮੱਸਿਆ ਤੋਂ ਮੁਕਤੀ ਮਿਲੇਗੀ, ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ। ਅਸੀਂ 2020 ਵਿੱਚ ਵੇਖਿਆ ਕਿ ਪਰਾਲੀ ਇੱਕ ਬਹੁਤ ਵੱਡੀ ਸਮੱਸਿਆ ਹੈ ਅਤੇ ਇਹ ਕਈ ਸਾਲਾਂ ਤੋਂ ਚੱਲੀ ਆ ਰਹੀ ਸੀ। ਤਾਂ ਅਸੀਂ ਇਸ ਦਾ ਅੰਦਾਜ਼ਾ ਲਗਾਇਆ ਕਿ ਜੋ ਪੂਸਾ ਨੇ ਡੀਕੰਪੋਜ਼ਰ ਬਣਾਇਆ ਹੈ ਉਹ ਹੱਲ ਤਾਂ ਅਸਰਦਾਰ ਸੀ, ਪਰ ਉਹ ਉਸ ਨੂੰ ਸਕੇਲ ਨਹੀਂ ਕਰ ਪਾ ਰਹੇ ਸਨ। ਉਸ ਵਿੱਚ ਅਸੀਂ ਕਾਫੀ ਹੱਦ ਤੱਕ ਰਿਸਰਚ ਕਰੀ, ਜਾਂਚ ਕੀਤੀ ਅਤੇ ਉਸ ਵਿੱਚ ਇਹ ਸਮਝ ਆਇਆ ਕਿ ਜੋ ਕੈਪਸੂਲ ਰੂਪ ਵਿੱਚ ਪੂਸਾ ਡੀਕੰਪੋਜ਼ਰ ਉਪਲਬਧ ਸੀ ਉਸ ਵਿੱਚ ਕਿਸਾਨ ਨੂੰ ਅੱਗੇ
ਡਿਵੈਲਪ ਕਰਨ ਵਿੱਚ ਬਹੁਤ ਮਿਹਨਤ ਸੀ। ਉਸ ਨੂੰ 2 ਹਫ਼ਤੇ ਤੱਕ ਪਕਾਉਣਾ ਪੈਂਦਾ ਸੀ। ਫਿਰ ਜਦ ਘੋਲ ਬਣ ਜਾਂਦਾ, ਫਿਰ ਉਸ ਨੂੰ ਖੇਤ ਵਿੱਚ ਖਿਲਾਰਨ ਵਿੱਚ ਬਹੁਤ ਦਿੱਕਤ ਹੈ। ਤਾਂ ਇਹ ਸਮੱਸਿਆ ਹੱਲ ਕਰਨ ਲਈ ਅਸੀਂ ਜੋ ਕੈਪਸੂਲ ਰੂਪ ਵਿੱਚ ਡੀਕੰਪੋਜ਼ਰ ਸੀ, ਉਸ ਨੂੰ ਬਦਲ ਕੇ ਇੱਕ ਪਾਊਡਰ ਰੂਪ ਸਪਰੇਅ ਲਈ ਤਿਆਰ ਉਸ ਦਾ ਇੱਕ ਘੋਲ ਬਣਾਇਆ। ਅਸੀਂ ਜੋ ਇਹ ਪ੍ਰੋਜੈਕਟ ਕਰ ਰਹੇ ਹਾਂ, ਜੋ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ, ਸਿਖਾ ਰਹੇ ਹਾਂ ਕਿ ਫਸਲ ਨੂੰ ਨਾ ਸਾੜੋ ਅਤੇ ਉਸ ਦੀ ਜੋ ਪਰਾਲੀ ਹੈ ਉਸ ਨੂੰ ਬਾਇਓ ਡੀਕੰਪੋਜ਼ਰ ਦੇ ਰੂਪ ਵਿੱਚ ਉਸ ਦਾ ਇਸਤੇਮਾਲ ਕਰਕੇ ਪੂਰੀ ਮਿੱਟੀ ਵਿੱਚ ਰਲਾ ਦਿਓ। ਕੁਝ ਸਾਲਾਂ ਤੱਕ ਜੇ ਇਸ ਨੂੰ ਬਾਰ-ਬਾਰ ਕਰਾਂਗੇ ਤਾਂ ਸੋਇਲ ਕਾਰਬਨ ਜੋ 3-4% ਤੱਕ ਪਹੁੰਚ ਗਿਆ ਹੈ ਉਹ ਵਧੇਗਾ ਅਤੇ 8% ਤੱਕ ਆ ਜਾਏਗਾ। ਉਸ ਨਾਲ ਖਾਦਾਂ ਦੀ ਖਪਤ ਵੀ ਘਟੇਗੀ, ਉਸ ਨਾਲ ਸੋਇਲ ਹੈਲਥ ਵਧੇਗੀ, ਉਪਜ ਵਧੇਗੀ। ਕਿਸਾਨ ਨੂੰ ਇਹ ਇੰਨਾ ਭਾਰਾ ਘੋਲ ਚੱਕ ਕੇ ਇੱਕ ਕਿੱਲੇ ਵਿੱਚ ਖਿਲਾਰਨਾ ਬਹੁਤ ਹੀ ਮੁਸ਼ਕਿਲ ਦਾ ਕੰਮ ਸੀ, ਪਰ ਸਾਡੀ ਇਹ ਮਸ਼ੀਨ 6 ਤੋਂ 8 ਮਿੰਟਾਂ ਵਿੱਚ 1 ਏਕੜ ਵਿੱਚ ਫੈਲਾ ਸਕਦੀ ਹੈ। ਤਾਂ ਇਸ ਵਿੱਚ ਵੀ ਕਿਉਂਕਿ ਕਿਸਾਨਾਂ ਦੇ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਅਤੇ ਦਿਨ ਬਹੁਤ ਘੱਟ ਨੇ, ਤਾਂ ਇਹ ਲੱਖਾਂ ਏਕੜ ਤੱਕ ਪਹੁੰਚਾ ਸਕਣਾ ਸਿਰਫ ਇਸੇ ਤਰ੍ਹਾਂ ਹੀ ਸੰਭਵ ਸੀ। ਇਹ ਪ੍ਰੋਜੈਕਟ ਸਾਡਾ ਟਿਪੀਕਲ ਪ੍ਰੋਜੈਕਟ ਹੈ ਅਸੀਂ ਜੋ ਨਰਚਰ ਵਿੱਚ ਕਰ ਰਹੇ ਹਾਂ। ਅਜਿਹੇ ਕਈ ਪ੍ਰੋਜੈਕਟ ਨੇ। ਇੱਕ ਗਰਾਊਂਡਨਟ ਪ੍ਰੋਜੈਕਟ ਹੈ ਗੁਜਰਾਤ ਵਿੱਚ, ਸਾਡਾ ਸਿਟਰਸ ਪ੍ਰੋਜੈਕਟ ਹੈ ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਵਿੱਚ। ਸਭ ਜਗ੍ਹਾ ਜੋ ਤਕਨੀਕ ਸੋਇਲ ਹੈਲਥ ਤੋਂ ਲੈ ਕੇ, ਉਤਪਾਦਨ ਤੋਂ ਲੈ ਕੇ, ਮੈਕਨਾਈਜੇਸ਼ਨ ਤੋਂ ਲੈ ਕੇ ਜੋ ਨਰਚਰ ਪ੍ਰੋਜੈਕਟਸ ਕਰ ਰਿਹਾ ਹੈ, ਉਹਨਾਂ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਸਾਡੀ ਵਚਨਬੱਧਤਾ ਹੈ ਕਿ ਕਿਸਾਨਾਂ ਦਾ ਉਤਪਾਦਨ ਅਸੀਂ 20 ਤੋਂ 25% ਤੱਕ ਵਧਾਵਾਂਗੇ ਅਤੇ ਉਹਨਾਂ ਦੀ ਲਾਗਤ 25% ਘੱਟ ਕਰਾਂਗੇ। ਜੋ ਕਿਸਾਨ ਸਾੜ ਰਿਹਾ ਸੀ ਪਰਾਲੀ ਨੂੰ, ਹੁਣ ਉਹ ਇਸ ਦੇ ਫਾਇਦੇ ਵੇਖ ਰਿਹਾ ਹੈ। ਸਾਡੇ ਕੋਲ ਲਗਭਗ 60 ਲੱਖ ਏਕੜ ਹੈ ਜੋ ਅਸੀਂ ਇਹ ਕਰ ਸਕਦੇ ਹਾਂ ਅਤੇ ਸਾਡੀ ਇਹ ਇੱਛਾ ਹੈ ਕਿ ਅਸੀਂ ਅਗਲੇ 2 ਸਾਲ ਵਿੱਚ ਪੂਰਾ ਕਰ ਲਵਾਂਗੇ। ਇਹ ਲੜਕੀਆਂ ਪਿੰਡਾਂ ਵਿੱਚ ਘਰ-ਘਰ ਜਾਂਦੀਆਂ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਦੀਆਂ ਹਨ ਕਿ ਤੁਸੀਂ ਇਸ ਪਰਾਲੀ ਨੂੰ ਸਾੜਨਾ ਨਹੀਂ ਹੈ ਅਤੇ ਕੋਸ਼ਿਸ਼ ਇਹ ਲਗਾਤਾਰ ਇਹ ਲੜਕੀਆਂ ਇਹੀ ਕਰਦੀਆਂ ਨੇ ਕਿ ਇਹਨਾਂ ਦੇ ਕੋਲ ਇਹ ਫਾਰਮ ਹੁੰਦੇ ਹਨ ਅਤੇ ਇਹਨਾਂ ਦੇ ਰਾਹੀਂ ਇਹ ਸਮਝਾਉਂਦੇ ਹਨ ਕਿ ਦੇਖੋ ਹੁਣ ਤਕਨੀਕ ਦੇ ਮਾਧਿਅਮ ਨਾਲ ਜੋ ਡੀਕੰਪੋਜ਼ਰ ਹੈ ਉਸ ਦਾ ਛਿੜਕਾਅ ਕੀਤਾ ਜਾਵੇਗਾ ਅਤੇ ਜਦ ਉਸ ਦਾ ਛਿੜਕਾਅ ਕੀਤਾ ਜਾਏਗਾ ਤਾਂ ਕਿਸੇ ਵੀ ਤਰੀਕੇ ਨਾਲ ਇਸ ਪਰਾਲੀ ਨੂੰ ਸਾੜਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਇੱਕ ਵਧੀਆ ਪਹਿਲ ਇਸ ਲਈ ਵੀ ਹੈ ਕਿਉਂਕਿ ਜਿੱਥੇ ਅਸੀਂ ਅੱਜ ਦੇਸ਼ ਵਿੱਚ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਅਜਿਹੇ ਵਿੱਚ ਜੋ ਸਥਾਨਕ ਲੜਕੀਆਂ ਨੇ ਇਹਨਾਂ ਨੂੰ ਇਹ ਰੋਜ਼ਗਾਰ ਵੀ ਮਿਲਿਆ ਹੈ। ਬਾਕਾਇਦਾ ਇਹਨਾਂ ਨੂੰ ਕੰਪਨੀ ਪੈਸੇ ਦਿੰਦੀ ਹੈ ਕੰਮ ਕਰਨ ਦੇ ਲਈ। ਇਹ ਆਪਣੇ ਇਲਾਕਿਆਂ ਵਿੱਚ, ਪਿੰਡਾਂ ਵਿੱਚ ਜਾ ਕੇ ਇਸ ਪਰਾਲੀ ਦੇ ਹੱਲ ਦਾ ਇੱਕ ਬਹੁਤ ਵੱਡਾ ਬਦਲ ਜੋ ਡੀਕੰਪੋਜ਼ਰ ਹੈ ਉਸ ਵਿੱਚ ਕਿਸਾਨਾਂ ਦੀ ਮਦਦ ਕਰ ਰਹੀਆਂ ਨੇ, ਸਮਝਾ ਰਹੀਆਂ ਨੇ, ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਨੇ। ਤਾਂ ਆਓ ਵੇਖਦੇ ਹਾਂ ਕਿਸ ਤਰ੍ਹਾਂ ਨਾਲ ਇਹ ਘਰ-ਘਰ ਜਾ ਕੇ ਇਹ ਲੜਕੀਆਂ ਕਿਸਾਨਾਂ ਨੂੰ ਸਮਝਾਉਂਦੀਆਂ ਨੇ। ਦੇਖੋ, ਅਸੀਂ ਆਏ ਸੀ ਇਹ ਡੀਕੰਪੋਜ਼ਰ ਦੇ ਲਈ, ਪਰਾਲੀ ਦੇ ਲਈ, ਤਾਂ ਜੋ ਅੱਗੇ ਤੋਂ ਜੋ ਵੀ ਇਹ ਝੋਨੇ ਦੀ ਪਰਾਲੀ ਹੋਵੇਗੀ ਉਸ ਨੂੰ ਸਾੜਨਾ ਨਹੀਂ ਹੈ। ਉਸ ਦਾ ਸਾਡੇ ਕੋਲ ਹੱਲ ਹੈ, ਬਾਇਓ ਡੀਕੰਪੋਜ਼ਰ। ਅਸੀਂ ਸਪਰੇਅ ਕਰਾਂਗੇ ਬਿਲਕੁਲ ਮੁਫਤ। ਪਿਛਲੀ ਵਾਰ ਵੀ ਕੀਤਾ ਸੀ ਮੁਫਤ ਵਿੱਚ। ਉਸ ਵਿੱਚ ਕੀ ਹੈ, ਸਪਰੇਅ ਤੋਂ 2 ਜਾਂ 3 ਦਿਨ ਬਾਅਦ ਹਲ ਚਲਾ ਦਿਓ ਖੇਤ ਵਿੱਚ, ਤਾਂ ਉਹ ਪਰਾਲੀ ਮਿੱਟੀ ਵਿੱਚ ਮਿਲ ਜਾਏਗੀ। ਉਸ ਤੋਂ ਬਾਅਦ ਉਸ ਵਿੱਚ ਇੱਕ ਪਾਣੀ ਲਾ ਦਿਓ। ਜੋ ਪਹਿਲਾਂ ਤੁਸੀਂ ਪਰਾਲੀ ਸਾੜਦੇ ਸੀ ਉਸ ਦਾ ਤੁਹਾਨੂੰ ਹੁਣ ਇੱਕ ਹੱਲ ਮਿਲਿਆ ਹੈ ਕਿ ਤੁਸੀਂ ਡੀਕੰਪੋਜ਼ਰ ਦੀ ਵਰਤੋਂ ਕਰੋ। ਤਾਂ ਕਿਸ ਤਰ੍ਹਾਂ ਪਹਿਲਾਂ ਤੁਸੀਂ ਕੀ ਕਰਦੇ ਸੀ ਤੇ ਹੁਣ ਕੀ ਕਰਦੇ ਹੋ? ਪਹਿਲਾਂ ਤਾਂ ਅੱਗ ਹੀ ਲਾ ਦਿੰਦੇ ਸੀ ਜੀ ਬਸ। ਉਸ ਨਾਲ ਕੀ ਹੁੰਦਾ ਸੀ ਕਿ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਸੀ ਅਤੇ ਕਾਫੀ ਜੋ ਸਾਥੀ ਮਿੱਤਰ ਕੀੜੇ ਹੁੰਦੇ ਸਨ ਉਹ ਵੀ ਮਰ ਜਾਂਦੇ ਸੀ, ਅੱਗ ਵਿੱਚ ਸੜ ਕੇ ਖਤਮ ਹੋ ਜਾਂਦੇ ਸੀ ਅਤੇ ਜ਼ਮੀਨ ਦੀ ਜੋ ਉਪਜਾਊ ਸ਼ਕਤੀ ਹੈ ਉਹ ਵੀ ਹੌਲੀ-ਹੌਲੀ ਘੱਟ ਹੁੰਦੀ ਜਾ ਰਹੀ ਸੀ। ਜੀ ਹਾਂ, ਪਰਾਲੀ ਨੂੰ ਹੁਣ ਸਾੜਿਆ ਨਹੀਂ ਜਾਂਦਾ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਜਾਗਰੂਕ ਕਰ ਰਹੇ ਨੇ ਇਹ ਕ੍ਰਿਸ਼ੀ ਮਿੱਤਰ। ਇਹ ਲੜਕੀਆਂ ਜੋ ਇਹਨਾਂ ਹੀ ਪਿੰਡਾਂ ਦੇ ਆਲੇ ਦੁਆਲੇ ਦੀਆਂ ਹੀ ਲੜਕੀਆਂ ਹਨ ਅਤੇ ਇਹਨਾਂ ਲੜਕੀਆਂ ਨੇ ਖੁਦ ਬੀੜਾ ਚੁੱਕਿਆ ਹੈ ਕਿ ਹੁਣ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਉਹ ਆਪਣੀ ਜੋ ਪਰਾਲੀ ਹੈ ਉਸ ਨੂੰ ਸਾੜਨ ਨਾ ਸਗੋਂ ਬਾਇਓ ਡੀਕੰਪੋਜ਼ਰ ਦੀ ਵਰਤੋਂ ਕਰਨ। ਇਹਨਾਂ ਸਭ ਦੇ ਹੱਥਾਂ ਵਿੱਚ ਫੋਨ ਹਨ, ਐਂਡਰੋਇਡ ਫੋਨ ਹਨ। ਇਹਨਾਂ ਦੇ ਮਾਧਿਅਮ ਨਾਲ ਇਹ ਪਿੰਡ-ਪਿੰਡ ਜਾਂਦੀਆਂ ਨੇ, ਕਿਸਾਨਾਂ ਨੂੰ ਇੱਕ ਐਪ ਡਾਊਨਲੋਡ ਕਰਵਾਉਂਦੀਆਂ ਨੇ। ਉਸੇ ਐਪ ਦੇ ਮਾਧਿਅਮ ਨਾਲ ਕਿਸਾਨ
ਆਪਣੇ ਖੇਤ ਵਿੱਚ ਬਾਇਓ ਡੀਕੰਪੋਜ਼ਰ ਦੀ ਵਰਤੋਂ ਕਰ ਸਕਦਾ ਹੈ। ਅਸੀਂ ਉਹਨਾਂ ਨੂੰ ਦੱਸਦੀਆਂ ਹਾਂ ਕਿ ਸਾਡੀਆਂ ਜੋ ਮਸ਼ੀਨਾਂ ਨੇ, ਮਤਲਬ ਜੇ ਡਰਮੀ ਨਾਲ ਤੁਸੀਂ ਸਪਰੇਅ ਕਰਦੇ ਹੋ ਤਾਂ ਉਹ ਥੋੜਾ ਮਹਿੰਗਾ ਪੈਂਦਾ ਹੈ। ਜੋ ਸਾਡੀ ਕੰਪਨੀ ਦੀ ਦਵਾਈ ਹੈ ਉਹ ਬਹੁਤ ਚੰਗੀ ਹੈ। ਅਸੀਂ ਉਹਨਾਂ ਨੂੰ ਥੋੜਾ ਬਹੁਤ ਕਨਵਿੰਸ ਕਰਦੇ ਹਾਂ। ਬੇਸਿਕਲੀ ਕੀ ਹੈ, ਜਦ ਅਸੀਂ ਸ਼ੁਰੂਆਤ ਵਿੱਚ ਆਏ ਸੀ, ਸਾਡੇ ਇਸ ਇਲਾਕੇ ਵਿੱਚ ਜਾਣਕਾਰੀ ਪਹਿਲਾਂ ਤੋਂ ਹੀ ਹੋ ਚੁੱਕੀ ਸੀ। ਕਿਸਾਨਾਂ ਨੂੰ ਪਤਾ ਸੀ ਕਿ ਅਜਿਹਾ ਕੁਝ ਆਉਣ ਵਾਲਾ ਹੈ, ਪਰ ਉਹਨਾਂ ਨੂੰ ਭਰੋਸਾ ਨਹੀਂ ਸੀ ਕਿ ਆਏਗਾ ਕਿ ਨਹੀਂ। ਫਿਰ ਜਿਵੇਂ ਹੀ ਅਸੀਂ ਆਏ, ਕਿਸਾਨਾਂ ਨੂੰ ਦੁਬਾਰਾ ਮਿਲੇ ਕਿ ਅਸੀਂ ਆਏ ਹਾਂ, ਸਾਡੀਆਂ ਮਸ਼ੀਨਾਂ ਨੇ, ਇਹ ਸਪਰੇਅ, ਤਾਂ ਉਹ ਚੀਜ਼ਾਂ ਜਦ ਕਿਸਾਨਾਂ ਨੇ ਸੁਣੀਆਂ ਤਾਂ ਉਹਨਾਂ ਦੇ ਚਿਹਰਿਆਂ ਤੇ ਇੱਕ ਖੁਸ਼ੀ ਸੀ, ਕਿਉਂਕਿ ਉਹਨਾਂ ਦੇ ਕੋਲ ਕੋਈ ਹੱਲ ਹੀ ਨਹੀਂ ਸੀ। ਉਹ ਸਾੜਨਾ ਨਹੀਂ ਚਾਹੁੰਦੇ ਸਨ ਪਰਾਲੀ ਨੂੰ। ਕਿਸਾਨ ਕੋਈ ਵੀ ਸਾੜਨਾ ਨਹੀਂ ਚਾਹੁੰਦਾ, ਪਰ ਉਹਨਾਂ ਦੇ ਕੋਲ ਕੋਈ ਹੱਲ ਹੀ ਨਹੀਂ ਹੈ ਤਾਂ ਉਹ ਕੀ ਕਰਨ। ਹੁਣ ਉਹ ਜਾਣਦੇ ਨੇ ਕਿ ਜੇ ਅਸੀਂ ਡੀਕੰਪੋਜ਼ਰ ਕਰਵਾ ਲਵਾਂਗੇ ਤਾਂ ਪਰਾਲੀ ਖਤਮ ਹੋ ਜਾਏਗੀ ਉੱਥੇ ਹੀ। ਅਤੇ ਇੱਕ ਜੋ ਅੱਗ ਲੱਗਣ ਦਾ ਖਤਰਾ ਵੀ ਹੁੰਦਾ ਹੈ, ਉਸ ਨਾਲ ਕਾਫੀ ਜਗ੍ਹਾ ਅੱਗ ਵੀ ਲੱਗ ਜਾਂਦੀ ਹੈ, ਕਈ ਜਗ੍ਹਾ ਕਾਫੀ ਨੁਕਸਾਨ ਵੀ ਹੋ ਜਾਂਦਾ ਹੈ ਪਰਾਲੀ ਸੜਨ ਕਰਕੇ। ਇਸੇ ਲਈ ਕਿਸਾਨਾਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ ਅਤੇ ਉਹ ਵੀ ਹੁਣ ਗੱਲ ਮੰਨਣ ਨੂੰ ਤਿਆਰ ਹੋ ਜਾਂਦੇ ਨੇ, ਆਸਾਨੀ ਨਾਲ ਤਿਆਰ ਹੋ ਜਾਂਦੇ ਨੇ ਕਿ ਅਸੀਂ ਡੀਕੰਪੋਜ਼ਰ ਦਾ ਇਸਤੇਮਾਲ ਕਰਾਂਗੇ। ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੈ। ਜੋ ਮਿੱਤਰ ਕੀੜੇ ਇਸ ਪਰਾਲੀ ਵਿੱਚ ਹੁੰਦੇ ਨੇ ਉਹ ਵੀ ਜ਼ਮੀਨ ਵਿੱਚ ਹੀ ਰਹਿ ਜਾਂਦੇ ਨੇ ਤੇ ਹਵਾ ਪ੍ਰਦੂਸ਼ਣ ਵੀ ਨਹੀਂ ਹੁੰਦਾ। ਕਿਸਾਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਰਿਹਾ ਹੈ ਤੇ ਅਸੀਂ ਵੀ ਦੱਸ ਰਹੇ ਹਾਂ, ਅੰਕਲ ਜੀ ਇਸ ਤਰ੍ਹਾਂ ਕਰੋ, ਇਸ ਨੂੰ ਮਿੱਟੀ ਵਿੱਚ ਮਿਲਾਓ। ਜੇਕਰ ਮਿੱਤਰ ਕੀੜੇ ਹੋਣਗੇ ਤਾਂ ਅਗਲੀ ਫਸਲ ਨੂੰ ਵੀ ਨੁਕਸਾਨ ਨਹੀਂ ਹੋਵੇਗਾ। ਤੁਸੀਂ ਕਿਸਾਨੀ ਕਰਦੇ ਹੋ। ਪਰਾਲੀ ਇੱਕ ਬਹੁਤ ਵੱਡੀ ਸਮੱਸਿਆ ਸੀ। ਤੁਸੀਂ ਅਖਬਾਰਾਂ ਵਿੱਚ, ਟੀਵੀ ਵਿੱਚ ਵੇਖਿਆ ਹੋਵੇਗਾ, ਪ੍ਰਦੂਸ਼ਣ ਇੰਨਾ ਹੁੰਦਾ ਸੀ ਕਿ ਦਿੱਲੀ ਵਿੱਚ ਤਾਂ ਲੋਕਾਂ ਦਾ ਜਿਉਣਾ ਮੁਸ਼ਕਲ ਹੋ ਜਾਂਦਾ ਸੀ। ਤੁਹਾਨੂੰ ਲੋਕਾਂ ਨੂੰ ਕੀ ਹੁਣ ਇਹ ਗੱਲ ਸਮਝ ਆ ਰਹੀ ਹੈ ਕਿ ਪਰਾਲੀ ਨੂੰ ਸਾੜਨਾ ਨਹੀਂ ਹੈ, ਸਗੋਂ ਉਸ ਦੇ ਉੱਤੇ ਇਸ ਤਰ੍ਹਾਂ ਨਾਲ ਜੇਕਰ ਬਾਇਓ ਡੀਕੰਪੋਜ਼ਰ ਦਾ ਛਿੜਕਾਅ ਹੋਵੇਗਾ ਤਾਂ ਉਸ ਦਾ ਫਾਇਦਾ ਹੋਵੇਗਾ? ਜੀ, ਬਹੁਤ ਫਾਇਦੇ ਹੋ ਰਹੇ ਨੇ ਜੀ ਇਸ ਨਾਲ। ਪਹਿਲਾਂ ਤਾਂ ਜਦੋਂ ਅੱਗ ਲਾਉਂਦੇ ਸੀ ਤਾਂ ਬਹੁਤ ਨੁਕਸਾਨ ਹੁੰਦੇ ਸਨ, ਹੁਣ ਤਾਂ ਬਹੁਤ ਫਾਇਦਾ ਹੋ ਰਿਹਾ ਜੀ। ਤਾਂ ਮੈਂ ਪਿਛਲੇ ਸਾਲ 50-60 ਏਕੜ ਵਿੱਚ ਕਰਾਇਆ ਜੀ। 50-60 ਏਕੜ ਤੋਂ ਉਸ ਤੋਂ ਬਾਅਦ ਜੀ, ਪਹਿਲਾਂ ਤਾਂ ਅਸੀਂ ਮਲਚਰ ਚਲਾਇਆ, ਉਸ ਤੋਂ ਬਾਅਦ ਛਿੜਕਾਅ ਕਰਾਇਆ। ਛਿੜਕਾਅ ਕਰਾ ਕੇ ਫਿਰ ਅਸੀਂ ਪਲਟਰ ਲਗਾਇਆ ਜੀ, ਤਾਂ ਬਹੁਤ ਫਾਇਦਾ ਹੋਇਆ ਜੀ। ਜੋ ਅੱਗੇ ਅਸੀਂ ਕਣਕ ਝੋਨਾ ਲਾਇਆ ਜੀ, ਤਾਂ ਉਸ ਵਿੱਚ ਸਾਡੇ ਖਾਦ ਤੇ ਯੂਰੀਆ ਵੀ ਬਹੁਤ ਘੱਟ ਲੱਗਿਆ। ਜਿੱਥੇ ਸਾਡੇ 2 ਤੋਂ 2.5 ਗੱਟੇ ਲੱਗਦੇ ਸੀ, ਉੱਥੇ ਸਾਡਾ 1 ਤੋਂ 1.5 ਗੱਟਾ ਲੱਗਦਾ ਹੈ। ਅੱਛਾ, ਪਿੰਡ ਦੇ ਹੋਰ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਹੋਏਗੀ, ਕਿਸਾਨਾਂ ਨਾਲ ਗੱਲਬਾਤ ਹੁੰਦੀ ਹੋਏਗੀ, ਤਾਂ ਕੀ ਲੋਕਾਂ ਦਾ ਇਸ ਪਾਸੇ ਵੱਲ ਰੁਝਾਨ ਵੱਧ ਰਿਹਾ ਹੈ? ਲੋਕ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਇਸ ਦਾ ਛਿੜਕਾਅ ਹੋਵੇ? ਜੀ, ਹੁਣ ਅਸੀਂ ਹੋਰ ਵੀ ਕਿਸਾਨਾਂ ਨੂੰ ਦੱਸ ਰਹੇ ਹਾਂ ਕਿ ਇਸ ਦਾ ਬੈਨੀਫਿਟ ਜ਼ਿਆਦਾ ਹੈ, ਤਾਂ ਹੁਣ ਉਹ ਵੀ ਕਹਿ ਰਹੇ ਨੇ ਕਿ ਅਸੀਂ ਵੀ ਵਰਤਾਂਗੇ ਤੇ ਵਰਤਿਆ ਵੀ ਆ ਲੋਕਾਂ ਨੇ। ਘੱਟੋ ਘੱਟ 50% ਤਾਂ ਅਸੀਂ ਕਰਾਤਾ ਜੀ ਸਾਡੇ ਇਲਾਕੇ ਵਿੱਚ। ਦੂਜੀ ਸਭ ਤੋਂ ਵੱਡੀ ਗੱਲ ਹੈ, ਅੱਜ ਕੱਲ੍ਹ ਖੇਤੀ ਵੱਲ ਨੌਜਵਾਨਾਂ ਦਾ ਰੁਝਾਨ ਜੋ ਹੈ ਉਹ ਬਦਲਦਾ ਜਾ ਰਿਹਾ ਹੈ। ਹੁਣ ਨੌਜਵਾਨ ਖੇਤੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਖੇਤੀ ਵਿੱਚ ਨੁਕਸਾਨ ਵੱਧ ਹੁੰਦਾ ਹੈ। ਪਰ ਜਿਸ ਤਰ੍ਹਾਂ ਖੇਤੀ ਵਿੱਚ ਤਕਨੀਕ ਦੀ ਵਰਤੋਂ ਹੋ ਰਹੀ ਹੈ, ਉਸ ਦੇ ਬਾਅਦ ਹੁਣ ਨੌਜਵਾਨ ਖੇਤੀ ਵੱਲ ਪਰਤ ਰਹੇ ਨੇ। ਤੁਸੀਂ ਇੱਕ ਲੜਕੀ ਹੋ, ਹਾਲੇ ਤੁਸੀਂ ਲੋਕਾਂ ਨੂੰ ਸਮਝਾਉਣ ਦਾ ਕੰਮ ਕਰਦੇ ਹੋ, ਪਰ ਤੁਸੀਂ ਕਦੇ ਸੋਚਿਆ ਕਿ ਖੇਤੀ ਵਿੱਚ ਵੀ ਹੁਣ ਫਾਇਦਾ ਹੋ ਸਕਦਾ ਹੈ? ਜੇਕਰ ਭਵਿੱਖ ਵਿੱਚ ਇੱਕ ਲੜਕੀ ਦੇ ਰੂਪ ਵਿੱਚ ਤੁਹਾਡੇ ਤੋਂ ਇਹ ਜਾਣਨਾ ਚਾਹਾਂ, ਹਾਲੇ ਤੁਸੀਂ ਦੂਜਿਆਂ ਨੂੰ ਸਮਝਾ ਰਹੇ ਹੋ, ਕੀ ਇੱਕ ਦਿਨ ਤੁਸੀਂ ਅਜਿਹੀ ਸਥਿਤੀ ਚਾਹੁੰਦੇ ਹੋ ਕਿ ਲੜਕੀਆਂ ਵੀ ਖੇਤੀ ਵਿੱਚ ਆਪਣਾ ਰੋਜ਼ਗਾਰ ਵੇਖਣ? ਯੈਸ ਸਰ, ਮੈਂ ਇਹੀ ਚਾਹੁੰਦੀ ਹਾਂ ਕਿ ਲੜਕੀਆਂ ਵੀ ਸਭ ਕੁਝ ਕਰ ਸਕਦੀਆਂ ਨੇ। ਇਸ ਵਿੱਚ ਬਹੁਤ ਸਾਰੇ ਫਾਇਦੇ ਨੇ ਜੇ ਉਹ ਕਰਨਾ ਚਾਹੁਣ ਤਾਂ। ਖੇਤੀ ਵਿੱਚ ਕੀ ਸੰਭਾਵਨਾਵਾਂ ਤੁਸੀਂ ਵੇਖਦੇ ਹੋ? ਨੌਜਵਾਨਾਂ ਦੇ ਨਜ਼ਰੀਏ ਤੋਂ ਗੱਲ ਕਰੀਏ ਤਾਂ ਕੀ ਜੇਕਰ ਖੇਤੀ ਵਿੱਚ ਤੁਸੀਂ ਆਪਣੀ ਰੁਚੀ ਦਿਖਾਓਗੇ ਤਾਂ ਇਹ ਅੱਜ ਕੱਲ੍ਹ ਸਭ ਤੋਂ ਵਧੀਆ ਕੰਮ ਹੋ ਸਕਦਾ ਹੈ? ਜੀ ਸਰ, ਜੇਕਰ ਫਸਲ ਚੰਗੀ ਹੋਵੇਗੀ, ਉਪਜ ਚੰਗੀ ਹੋਵੇਗੀ, ਡੀਕੰਪੋਜ਼ਰ ਦੀ ਜਿਵੇਂ ਸਪਰੇਅ ਹੋਈ, ਹਵਾ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਜੇਕਰ ਖਤਮ ਹੁੰਦੀਆਂ ਜਾਣਗੀਆਂ ਤਾਂ ਨੌਜਵਾਨ ਅੱਗੇ ਖੇਤੀ ਕਰਨਗੇ। ਅਤੇ ਜੇਕਰ ਜ਼ਿਆਦਾ ਨੁਕਸਾਨ ਹੋਵੇਗਾ, ਹਵਾ ਪ੍ਰਦੂਸ਼ਣ ਹੋਵੇਗਾ, ਤਾਂ ਨੌਜਵਾਨ ਇਹੀ ਸੋਚਣਗੇ ਕਿ ਫਾਇਦਾ ਤਾਂ ਕੋਈ ਹੈ ਨਹੀਂ, ਅਸੀਂ ਕੀ ਕਰਾਂਗੇ ਖੇਤੀ ਕਰਕੇ। ਜੇਕਰ ਫਾਇਦਾ ਹੋਵੇਗਾ, ਜਿਵੇਂ ਪਿੰਡ-ਪਿੰਡ ਜਾ ਕੇ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਤੇ ਫਾਇਦਿਆਂ ਦੇ ਬਾਰੇ ਦੱਸਦੇ ਹਾਂ, ਤਾਂ ਜੇਕਰ ਉਹਨਾਂ ਨੂੰ ਚੰਗਾ ਲੱਗਦਾ ਹੈ ਤਾਂ ਉਹ ਸਾਡੀਆਂ ਸੇਵਾਵਾਂ ਵੀ ਲੈਂਦੇ ਨੇ ਤੇ ਖੁਸ਼ ਵੀ ਹੁੰਦੇ ਨੇ। ਇਸੇ ਤਰ੍ਹਾਂ ਜੇਕਰ ਅਸੀਂ ਸਮਝਾਵਾਂਗੇ ਤਾਂ ਹੋਰ ਵੀ ਨੌਜਵਾਨ ਜੁੜਨਗੇ ਅਤੇ ਵੱਧ ਤੋਂ ਵੱਧ ਖੇਤੀ ਕਰਨਾ ਚਾਹਣਗੇ। ਦੇਖੋ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੱਡੀ ਨੀਤੀ ਰਹੀ ਹੈ ਕਿ ਖੇਤੀ ਨੂੰ ਹੱਲਾਸ਼ੇਰੀ ਦੇਣੀ ਹੈ, ਖੇਤੀਬਾੜੀ ਦਾ ਜੋ ਉਤਪਾਦਨ ਹੈ ਉਸ ਨੂੰ ਵਧਾਉਣਾ ਹੈ, ਇੱਕ ਚੰਗਾ ਬਾਜ਼ਾਰ ਉਪਲਬਧ ਕਰਾਉਣਾ ਹੈ, ਸਰਕਾਰ ਦੀਆਂ ਨੀਤੀਆਂ ਦੇ ਕਾਰਨ ਹੀ ਇੱਕ ਸਭ ਤੋਂ ਵੱਡਾ ਬਦਲਾਅ ਹੁਣ ਪੇਂਡੂ ਇਲਾਕਿਆਂ ਵਿੱਚ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਇੱਕ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਖੇਤਾਂ ਦੇ ਅੰਦਰ ਫਸਲ ਦੇ ਵਿੱਚ ਕਿੰਨੀ ਖਾਦ ਦੀ ਵਰਤੋਂ ਕਰਨੀ ਹੈ, ਤਕਨੀਕ ਦੀ ਮਦਦ ਨਾਲ ਫਸਲ ਨੂੰ ਕਿਸ ਤਰੀਕੇ ਨਾਲ ਹੱਲਾਸ਼ੇਰੀ ਦੇਣੀ ਹੈ, ਇਹ ਸਭ ਗੱਲਾਂ ਹੁਣ ਡਿਜੀਟਲ ਰੂਪ ਲੈ ਚੁੱਕੀਆਂ ਹਨ।
ਸਿਰਫ ਇੱਕ ਮੋਬਾਈਲ ਫੋਨ ਦੇ ਮਾਧਿਅਮ ਨਾਲ ਹੀ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਖੇਤ ਦੇ ਅੰਦਰ ਕਿੰਨੇ ਪਾਣੀ ਦੀ ਜ਼ਰੂਰਤ ਹੈ, ਆਉਣ ਵਾਲੇ ਦਿਨਾਂ ਵਿੱਚ ਮੌਸਮ ਕਿਵੇਂ ਰਹੇਗਾ। ਇਹ ਸਾਰੀਆਂ ਚੀਜ਼ਾਂ ਜੋ ਤਕਨੀਕ ਦੇ ਨਾਲ ਜੁੜੀਆਂ ਨੇ, ਉਸ ਦੇ ਬਾਅਦ ਖੇਤੀ ਹੁਣ ਮੁਨਾਫੇ ਦਾ ਸੌਦਾ ਸਾਬਤ ਹੋਣ ਲੱਗਿਆ ਹੈ। ਅਤੇ ਇਸ ਤਰ੍ਹਾਂ ਦੀਆਂ ਜੋ ਲੜਕੀਆਂ ਨੇ, ਨੌਜਵਾਨ ਲੜਕੀਆਂ ਨੇ, ਲੜਕੇ ਹਨ, ਹੁਣ ਖੇਤੀ ਵੱਲ ਲਗਾਤਾਰ ਪ੍ਰੋਤਸਾਹਿਤ ਹੋ ਰਹੇ ਹਨ। ਅਤੇ ਜੋ ਸਭ ਤੋਂ ਵੱਡੀ ਸਮੱਸਿਆ ਜੋ ਪਰਾਲੀ ਦੀ ਪਿਛਲੇ ਕੁਝ ਸਾਲਾਂ ਤੋਂ ਸਾਨੂੰ ਵੇਖਣ ਨੂੰ ਮਿਲ ਰਹੀ ਸੀ, ਹੁਣ ਉਹ ਵੀ ਦੂਰ ਹੁੰਦੀ ਨਜ਼ਰ ਆਵੇਗੀ, ਕਿਉਂਕਿ ਜੋ ਪੂਸਾ ਨੇ ਬਾਇਓ ਡੀਕੰਪੋਜ਼ਰ ਦਾ ਇਜਾਦ ਕੀਤਾ ਹੈ, ਹੁਣ ਇਹਨਾਂ ਮਸ਼ੀਨਾਂ ਦੇ ਮਾਧਿਅਮ ਨਾਲ ਪਰਾਲੀ ਉੱਤੇ ਛਿੜਕਾਅ ਕੀਤਾ ਜਾਂਦਾ ਹੈ। ਅਤੇ ਇਹੀ ਲਗਾਤਾਰ ਅੰਕੜੇ ਦੱਸ ਰਹੇ ਹਨ ਕਿ ਹੁਣ ਪਰਾਲੀ ਨੂੰ ਸਾੜਿਆ ਨਹੀਂ ਜਾਂਦਾ, ਸਗੋਂ ਇਹੀ ਪਰਾਲੀ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਖਾਦ ਦਾ ਰੂਪ ਲੈ ਰਹੀ ਹੈ। ਅਸੀਂ ਕਰਨਾਲ ਦੇ ਨੇਵਲ ਪਿੰਡ ਵਿੱਚ ਪੁੱਜੇ ਹਾਂ। ਇੱਥੇ ਵੀ ਸਭ ਤੋਂ ਪਹਿਲਾਂ ਪਰਾਲੀ ਨੂੰ ਸਾੜਿਆ ਜਾਂਦਾ ਸੀ, ਪਰ ਹੁਣ ਇੱਥੇ ਤਸਵੀਰ ਬਦਲਣ ਲੱਗੀ ਹੈ। ਇੱਥੇ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ। ਨਰਚਰ ਫਾਰਮ ਕੰਪਨੀ ਨੇ ਇੱਥੋਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਪਰਾਲੀ ਨੂੰ ਸਾੜਨ ਨਾਲ ਨਾ ਸਿਰਫ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ, ਸਗੋਂ ਉਹਨਾਂ ਦੀ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਸਾੜਨਾ ਗਲਤ ਹੀ ਸੀ, ਪਰ ਸਾਡੇ ਕੋਲ ਕੋਈ ਰਸਤਾ ਵੀ ਨਹੀਂ ਸੀ। ਜੋ ਪੂਸਾ ਕੰਪਨੀ ਨੇ ਪਿਛਲੇ ਸਾਲ ਡੀਕੰਪੋਜ਼ਰ ਦਾ ਪਰੀਖਣ ਕੀਤਾ, ਉਹਦੇ ਚੰਗੇ ਨਤੀਜੇ ਆਏ। ਫਾਇਦਾ ਤਾਂ ਇਹ ਹੈ ਸਰ ਕਿ ਪਹਿਲਾਂ 3 ਕੱਟੇ ਯੂਰੀਆ ਲੱਗਦਾ ਸੀ, 1 ਡਾਈ ਲੱਗਦਾ ਸੀ, ਹੁਣ ਡਾਈ ਦੀ ਤਾਂ ਲੋੜ ਹੀ ਨਹੀਂ ਪਈ ਸਰ। ਫਾਇਦਾ ਜ਼ਿਆਦਾ ਹੋਇਆ ਹੈ ਤੇ ਪਰਾਲੀ ਦਾ ਖਾਦ ਬਣ ਗਿਆ, ਜ਼ਮੀਨ ਦੀ ਸਮਰੱਥਾ ਵੱਧ ਗਈ। ਬਹੁਤ ਵਧੀਆ ਸਰ। ਇਹ ਜਦ ਦੂਜੇ ਕਿਸਾਨ ਵੇਖਣਗੇ ਕਿ ਇਸ ਨਾਲ ਉਪਜ ਵਿੱਚ ਫਰਕ ਪੈ ਰਿਹਾ, ਤਾਂ ਸਾੜਨ ਨਾਲ ਪ੍ਰਦੂਸ਼ਣ ਵੀ ਹੋ ਰਿਹਾ ਹੈ। ਪ੍ਰਦੂਸ਼ਣ ਨਾਲ ਜੋ ਚੰਗੇ ਬੈਕਟੀਰੀਆ ਹੁੰਦੇ ਨੇ ਉਹ ਵੀ ਅੱਗ ਨਾਲ ਨਸ਼ਟ ਹੋ ਜਾਂਦੇ ਸਨ, ਤਾਂ ਬਹੁਤ ਫਾਇਦਾ ਹੋ ਰਿਹਾ ਇਸ ਨਾਲ। ਬਦਲਾਅ ਇਹ ਹੋਇਆ ਕਿ ਪੂਸਾ ਡੀਕੰਪੋਜ਼ਰ ਦਾ ਸਪਰੇਅ ਹੋਣ ਨਾਲ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਡੇ ਖੇਤਾਂ ਵਿੱਚ। ਇਸ ਤਰ੍ਹਾਂ ਦੇ ਜੋ ਬੂਮ ਸਪਰੇਅਰ ਹਨ, ਅੱਜਕੱਲ੍ਹ ਉਹ ਕਿਸਾਨਾਂ ਦੀ ਕਾਫੀ ਮਦਦ ਕਰ ਰਹੇ ਹਨ। ਨਾ ਸਿਰਫ ਪਰਾਲੀ ਦੇ ਮਾਮਲੇ ਵਿੱਚ, ਸਗੋਂ ਬਾਕੀ ਹੋਰ ਫਸਲਾਂ ਹਨ, ਉਹਨਾਂ ਉੱਪਰ ਵੀ ਛਿੜਕਾਅ ਕੀਤਾ ਜਾਂਦਾ ਹੈ। ਦਵਾਈਆਂ ਦਾ ਇੱਕ ਸੰਤੁਲਿਤ ਉਪਯੋਗ ਇਹਨਾਂ ਮਸ਼ੀਨਾਂ ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ। ਅਸੀਂ ਜੋ ਇਹ ਕੰਮ ਕਰ ਰਹੇ ਹਾਂ, ਕਿਸਾਨਾਂ ਦੀ ਵੈਲਫੇਅਰ ਲਈ ਕਰ ਰਹੇ ਹਾਂ, ਉਹਨਾਂ ਦੀ ਭਲਾਈ ਲਈ ਕਰ ਰਹੇ ਹਾਂ। ਸਾਡੇ ਕਿਸਾਨਾਂ ਦੇ ਲਈ ਅੱਜ ਦੀ ਡੇਟ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਹੈ ਕਿ ਉਹਨਾਂ ਕੋਲ ਤਕਨੀਕ ਦੀ ਜੋ ਵਰਤੋਂ ਹੈ, ਬਹੁਤ ਘੱਟ ਹੈ। ਇਸ ਮਸ਼ੀਨ ਨੂੰ ਅਸੀਂ ਅਜਿਹੇ ਸਿਸਟਮ ਦੇ ਨਾਲ ਬਣਾਇਆ ਹੈ ਅਤੇ ਕਿਸਾਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਬਣਾਇਆ ਹੈ, ਜਿਸ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਘੱਟ ਹੋ ਸਕਣ। ਇਸ ਵੇਲੇ ਹਰਿਆਣਾ ਵਿੱਚ ਕਣਕ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਸਾਰੇ ਕਿਸਾਨ ਖੇਤਾਂ ਵਿੱਚ ਨਜ਼ਰ ਆਉਣਗੇ। ਪਰ ਇੱਕ ਸਭ ਤੋਂ ਵੱਡੀ ਸਮੱਸਿਆ ਜੋ ਕਿਸਾਨਾਂ ਦੇ ਸਾਹਮਣੇ ਪਹਿਲਾਂ ਹੁੰਦੀ ਸੀ, ਉਹ ਸੀ ਸਰੋਤਾਂ ਦੀ। ਜੋ ਛੋਟਾ ਕਿਸਾਨ ਹੈ, ਉਹ ਛੋਟੇ ਕਿਸਾਨ ਨੂੰ ਸਰੋਤ ਕਿਵੇਂ ਉਪਲਬਧ ਹੋਣ, ਇਹ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਸੀ। ਪਰ ਅਸੀਂ ਵੇਖਿਆ ਹੈ, ਕੁਝ ਹੀ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਤਕਨੀਕ ਦੀ ਵਰਤੋਂ ਵੱਧ ਤੋਂ ਵੱਧ ਖੇਤੀ ਵਿੱਚ ਕਰਨੀ ਪਵੇਗੀ ਅਤੇ ਉਸੇ ਟੈਕਨੋਲੋਜੀ ਦੇ ਮਾਧਿਅਮ ਨਾਲ ਅੱਜ ਜੇਕਰ ਕਿਸੇ ਛੋਟੇ ਕਿਸਾਨ ਨੂੰ ਟਰੈਕਟਰ ਦੀ ਜ਼ਰੂਰਤ ਹੁੰਦੀ ਹੈ, ਮਸ਼ੀਨਾਂ ਦੀ ਜ਼ਰੂਰਤ ਹੁੰਦੀ ਹੈ, ਬਿਜਾਈ ਲਈ, ਹੋਰਨਾਂ ਕੰਮਾਂ ਲਈ ਜਾਂ ਵਾਢੀ ਲਈ ਮਸ਼ੀਨਾਂ ਦੀ ਲੋੜ ਹੁੰਦੀ ਹੈ, ਤਾਂ ਅੱਜ ਡਿਜੀਟਲ ਰੂਪ ਨਾਲ ਉਹ ਸਾਰੀਆਂ ਮਸ਼ੀਨਾਂ ਉਪਲਬਧ ਰਹਿੰਦੀਆਂ ਨੇ, ਕੁਝ ਐਪਸ ਦੇ ਮਾਧਿਅਮ ਨਾਲ। ਮੇਰੇ ਕੋਲ 3 ਵੱਡੀਆਂ ਕੰਬਾਈਨਾਂ ਨੇ ਜੀ, ਇੱਕ ਰੀਪਰ ਹੈ ਤੇ ਇੱਕ ਟਰੈਕਟਰ ਹੈ। ਬੁਕਿੰਗ ਲੈਣ ਦੇ ਬਾਅਦ ਜਦ ਮੇਰੇ ਕੋਲ ਮੈਸੇਜ ਆਉਂਦੇ ਆ, ਤਾਂ ਮੈਂ ਉਸ ਨੂੰ ਕਿਸਾਨ ਨਾਲ ਸੰਪਰਕ ਕਰਦਾ ਹਾਂ ਤੇ ਉਸ ਕਿਸਾਨ ਦੇ ਖੇਤ ਵਿੱਚ ਜਾਂਦਾ ਹਾਂ ਤੇ ਉੱਥੇ ਜਾ ਕੇ ਉਸ ਦੀ ਜੋ ਬੁਕਿੰਗ ਹੈ ਉਸ ਨੂੰ ਓਕੇ ਕਰ ਦਿੰਦਾ ਹਾਂ। ਔਨਲਾਈਨ ਐਪ ਉੱਤੇ ਘਰ ਤੋਂ ਹੀ ਬੁਕਿੰਗ ਕਰਕੇ ਜੋ ਵੀ ਮਸ਼ੀਨ ਚਾਹੀਦੀ ਹੁੰਦੀ ਹੈ ਮਿਲ ਜਾਂਦੀ ਹੈ। ਸਪਰੇਅ ਵਾਲੀ ਵੀ ਮਿਲ ਜਾਂਦੀ ਹੈ, ਵਾਢੀ ਵਾਲੀ ਵੀ, ਕਣਕ ਵੱਢਣ ਵਾਲੀ ਵੀ ਮਿਲ ਜਾਂਦੀ ਹੈ। ਹੁਣ ਬਹੁਤ ਵਧੀਆ ਸਿਸਟਮ ਹੋ ਗਿਆ ਹੈ। ਪਹਿਲਾਂ ਅਸੀਂ ਬਲਦਾਂ ਦੇ ਪਿੱਛੇ ਖੂਦ ਵਾਲੇ ਘੁੰਮਦੇ ਰਹਿੰਦੇ ਸੀ, ਹੁਣ ਟਿਊਬਲ ਲੱਗ ਗਏ। ਹਾਂ, ਪਹਿਲਾਂ ਨਾਲੋਂ ਕਾਫੀ ਬਦਲਾਅ ਹੋ ਗਿਆ। ਜਿਸ ਤਰੀਕੇ ਨਾਲ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਹੋ ਰਹੀ ਸੀ, ਕਿਸਾਨਾਂ ਨੂੰ ਜਾਣਕਾਰੀ ਨਹੀਂ ਸੀ ਕਿ ਉਸਨੇ ਆਪਣੀ ਫਸਲ ਵਿੱਚ ਕਿੰਨੀ ਦਵਾਈ ਪਾਉਣੀ ਹੈ, ਕਿੰਨੀ ਨਹੀਂ ਪਾਉਣੀ ਹੈ, ਤਾਂ ਕੁੱਲ ਮਿਲਾ ਕੇ ਸਰਕਾਰ ਦੇ ਵੱਲੋਂ, ਸੂਬਾ ਸਰਕਾਰਾਂ ਵੱਲੋਂ, ਕੁਝ ਨਿੱਜੀ ਕੰਪਨੀਆਂ ਨੇ ਜੋ ਇਸ ਖੇਤਰ ਵਿੱਚ ਅੱਗੇ ਆਈਆਂ ਨੇ, ਕਿਸਾਨਾਂ ਨੂੰ ਜਾਗਰੂਕ ਕਰਦੀਆਂ ਨੇ, ਤਾਂ ਕੁੱਲ ਮਿਲਾ ਕੇ ਇਹਨਾਂ ਸਭ ਗੱਲਾਂ ਦਾ ਤਕਨੀਕ ਦੇ ਮਾਧਿਅਮ ਨਾਲ ਕਾਫੀ ਫਾਇਦਾ ਅੱਜ ਦੇ ਕਿਸਾਨ ਚੁੱਕ ਰਹੇ ਨੇ। ਅਤੇ ਸ਼ਾਇਦ ਇਸੇ ਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਦੇਸ਼ ਵਿੱਚ ਅਨਾਜ ਦਾ ਰਿਕਾਰਡ ਉਤਪਾਦਨ ਹੋਇਆ ਹੈ ਅਤੇ ਨਾ ਸਿਰਫ ਉਤਪਾਦਨ ਹੋਇਆ ਹੈ, ਸਗੋਂ
ਪਿਛਲੇ ਜੇਕਰ 1 ਸਾਲ ਦੀ ਰਿਪੋਰਟ ਵੇਖੀਏ ਤਾਂ ਐਕਸਪੋਰਟ ਵੀ ਕਾਫੀ ਹੋਇਆ ਹੈ। ਯੂਕਰੇਨ ਅਤੇ ਰਸ਼ੀਆ ਦਾ ਜੋ ਇਸ ਸਮੇਂ ਜੰਗ ਚੱਲ ਰਹੀ ਹੈ, ਅਜਿਹੇ ਸਮੇਂ ਵਿੱਚ ਪੂਰੀ ਦੁਨੀਆ ਨੂੰ ਅਨਾਜ, ਕਣਕ ਦੀ ਜ਼ਰੂਰਤ ਹੈ ਅਤੇ ਅੱਜ ਭਾਰਤ ਸਭ ਤੋਂ ਵੱਧ ਬਰਾਮਦ ਹੋਰਨਾਂ ਦੂਜੇ ਦੇਸ਼ਾਂ ਨੂੰ ਕਰ ਰਿਹਾ ਹੈ ਅਤੇ ਉਸ ਦਾ ਸਭ ਤੋਂ ਵੱਡਾ ਕਾਰਨ ਜੇਕਰ ਕੋਈ ਹੈ ਤਾਂ ਉਹ ਹੈ ਦੇਸ਼ ਦੇ ਕਿਸਾਨ। ਪਰਾਲੀ ਦੇ ਹੱਲ ਨੂੰ ਲੈ ਕੇ ਇਹ ਸੀ ਸਾਡਾ ਖਾਸ ਪ੍ਰੋਗਰਾਮ ਪਿੰਡਾਂ ਤੋਂ ਖੇਤਾਂ ਤੋਂ। ਫਿਲਹਾਲ ਮੈਨੂੰ ਤੇ ਮੇਰੀ ਕੈਮਰਾ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।